Pyramid is really excited to launch its new digital initiative, which is pyramidvisa.com, pyramid-eservices.com, through which you can surf through thousands of programs and hundreds of Canadian public colleges and universities. By creating your profile, you will be able to understand which college is deemed fit for you to apply and not to apply. You'll also be able to scroll through the various institutions that are open, for the upcoming intakes like winter 2022, May or September 2022. So applying to a Canadian institution is very, very easy, and we can do that in less than 5 minutes. So making an application on pyramidvisa.com would take you less than 5 minutes, and you will be able to scroll through thousands of programs. And not just that, all the services on that portal is absolutely free of cost, starting from making your application to getting your offer letter and applying for your visa. So yes, that is correct. All the services on pyramidvisa.com that we are offering pertaining to Canada specifically are absolutely free of cost. So you can apply today. Go to pyramidvisa.com, search for your program, create your profile, apply for your offer letter. You'll get your offer letter in less than 4 weeks. Make your visa application with experts at Pyramid E-Services, and we are very, very confident that you'll have a much better approval rates in terms of your admissions and so on and so forth. So apply today and do it for free. Thank you. Pyramid Visa for a better life. ਸਤਿ ਸ਼੍ਰੀ ਅਕਾਲ ਜੀ, ਮੈਂ ਰਣਬੀਰ ਸਿੰਘ। ਤੁਸੀਂ ਵੇਖ ਰਹੇ ਹੋ ਇਸ ਵਕਤ ਦੇਸ਼ ਪ੍ਰਦੇਸ਼। ਪ੍ਰਵਾਸ ਦੀ ਜਦੋਂ ਗੱਲ ਕਰਦੀ ਹੈ ਤਾਂ ਪੰਜਾਬ ਦੁਨੀਆ ਦੇ ਨਕਸ਼ੇ ਦੇ ਵਿੱਚ ਉੱਭਰ ਕੇ ਆਉਂਦਾ ਕਿ ਇੱਥੋਂ ਬਹੁਤ ਵੱਡੀ ਤਾਦਾਦ ਜਿਹੜੀ ਹੈਗੀ ਹੈ ਮਾਈਗ੍ਰੇਟ ਹੁੰਦੀ ਹੈ, ਔਰ ਮਾਈਗ੍ਰੇਟ ਜਿਹੜੀ ਡੈਸਟੀਨੇਸ਼ਨ ਹੈਗੀ ਆ ਉਹ ਵੀ ਸਾਡੀ ਕੈਨੇਡਾ ਹੀ ਫੇਵਰੇਟ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਬੱਚੇ ਯੂਕੇ ਜਾਂਦੇ ਨੇ, US ਅੱਜ ਕੱਲ੍ਹ ਖੁੱਲ੍ਹਿਆ ਹੋਇਆ। ਪਰ ਜਦੋਂ ਪ੍ਰਵਾਸ ਦੇ ਮਾਮਲੇ ਦੇ ਵਿੱਚ ਕੁਆਲਿਟੀ ਨਾਲੋਂ ਕੁਆਂਟਿਟੀ ਵਧੀ ਤਾਂ ਐਪਲੀਕੇਸ਼ਨਾਂ ਦੇ ਵਿੱਚ ਬਹੁਤ ਸਾਰੀਆਂ ਕੋਤਾਹੀਆਂ ਹੋਈਆਂ। ਕੋਤਾਹੀ ਦੇ ਕਾਰਨ ਰਿਫਿਊਜ਼ਲਾਂ ਆਈਆਂ। ਰਿਫਿਊਜ਼ਲਾਂ ਜਦੋਂ ਆਉਂਦੀਆਂ ਤਾਂ ਉਹਨਾਂ ਵੱਲੋਂ ਜਿਹੜੀ ਰਿਫਿਊਜ਼ਲ ਲਾਈ ਗਈ ਆ ਤਾਂ ਬਹੁਤ ਸਾਰੇ ਐਸੇ ਪੱਖ ਸਾਹਮਣੇ ਆਏ ਜਿਹੜੇ ਕਿ ਕਿਸੇ ਕੰਸਲਟੈਂਟਸ ਨੂੰ ਜਾਂ ਬੱਚੇ ਨੂੰ ਈਵਨ ਨਹੀਂ ਪਤਾ ਹੁੰਦੇ ਕਿ ਮੇਰੇ ਉੱਪਰ ਇਹ ਚੀਜ਼ ਵੀ ਲਾਗੂ ਹੋ ਸਕਦੀ ਹੈ। ਸੋ ਬਹੁਤ ਸਾਰੇ ਐਸੇ ਰਿਫਿਊਜ਼ਲ ਦੇ ਕਾਰਨ ਜਿਹੜੇ ਹਾਲੇ ਤੱਕ ਕਿਸੇ TV, ਰੇਡੀਓ, ਅਖਬਾਰ, ਮੈਗਜ਼ੀਨ ਰਾਹੀਂ ਬੱਚੇ ਨੇ ਕਿਸੇ ਨਾਲ ਸਾਂਝੇ ਨਹੀਂ ਕੀਤੇ ਜਾਂ ਕਿਸੇ ਕੰਸਲਟੈਂਟਸ ਨੇ ਦੱਸਿਆ ਨਹੀਂ ਉਹਦਾ ਤੋੜ ਕੀ ਹੈਗਾ। ਉਹ ਅੱਜ ਅਸੀਂ ਦੱਸਣ ਜਾਵਾਂਗੇ ਕਿ ਅੱਗੇ ਜਿਹੜਾ ਜਨਵਰੀ ਇਨਟੇਕ ਹੈ 2022 ਹੈ, ਉਹਦੇ ਵਿੱਚ ਜਿਹੜੀਆਂ ਰਿਫਿਊਜ਼ਲਾਂ ਜਾਂ ਸੈਪਟੈਂਬਰ 'ਚ ਆਈਆਂ ਉਹਨਾਂ ਨੂੰ ਕੋਈ ਵੀ ਵਿਅਕਤੀ ਇਹ ਨਹੀਂ ਦੱਸ ਰਿਹਾ ਕਿ ਉਹ ਕੀ ਨੇ, ਉਹ ਵਰਡ ਕੀ ਨੇ, ਉਹਦੇ ਰੀਜ਼ਨ ਕੀ ਨੇ, ਉਹਦਾ ਹੱਲ ਕੀ ਹੈ, ਉਹਦੀ ਤੋੜ ਕੀ ਹੈਗਾ, ਉਹ ਆਈ ਕਿਉਂ ਹੈ। ਬੱਚਾ ਘਰੇ ਜਾਂਦਾ ਹੈ ਕਿ ਮੇਰੀ ਰਿਫਿਊਜ਼ਲ ਆ ਗਈ ਹੈ ਜੀ, ਬਸ ਇੱਥੇ ਤੱਕ ਸੀਮਤ ਹਾਂ ਅਸੀਂ। ਪਰ ਸਾਨੂੰ ਜਿਵੇਂ ਕਹਿੰਦੇ ਨੇ ਕਿ ਬਿਮਾਰੀ ਨੂੰ ਜਾਣਨ ਤੋਂ ਪਹਿਲਾਂ ਇੱਕ ਵਾਰ ਲੈਬੋਰਟਰੀ ਦੇ ਵਿੱਚ ਟੈਸਟ ਜਦੋਂ ਕਰਾਉਂਦੇ ਹਾਂ, ਕੇਪਸ ਨੋਟ ਕਢਾਉਂਦੇ ਤਾਂ ਕਾਫੀ ਚੀਜ਼ਾਂ ਸਾਹਮਣੇ ਆਉਂਦੀਆਂ। ਅੱਜ ਅਸੀਂ ਉਹਨਾਂ ਹੀ ਵਿਦਿਆਰਥੀਆਂ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੇ ਮਾਯੂਸ ਨੇ, ਰਿਫਿਊਜ਼ਲ ਆ ਨਾ ਜਾਵੇ ਜਾਂ ਆ ਗਈ ਹੈ, ਦੋਵਾਂ ਦੀ। ਸੋ ਅੱਜ ਸਾਡੇ ਨਾਲ ਐਕਸਪਰਟਸ ਭਵਨੂਰ ਵੇਦੀ ਜੀ ਇਸ ਵਕਤ ਪਿਰਾਮਿਡ ਤੋਂ, ਉਹਨਾਂ ਦੇ ਦਫ਼ਤਰ ਦੇ ਵਿੱਚ ਇਸ ਵਕਤ ਅਸੀਂ ਬੈਠੇ ਹੈਗੇ ਹਾਂ ਅਤੇ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਕੈਨੇਡਾ ਦਾ ਸਕਸੈਸ ਰੇਟ ਕਿਵੇਂ ਵਧਾਈਏ, ਇੱਕ ਵੱਡਾ ਸਵਾਲ ਹੈ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਧੰਨਵਾਦ ਜੀ। ਔਰ ਦੇਸ਼ ਪ੍ਰਦੇਸ਼ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਾ ਸਤਿ ਸ਼੍ਰੀ ਅਕਾਲ। ਔਰ ਬਹੁਤ ਇੰਪੋਰਟੈਂਟ ਮੁੱਦਾ ਹੈ ਰਣਬੀਰ ਜੀ, ਬਹੁਤ ਇੰਪੋਰਟੈਂਟ ਟੌਪਿਕ ਹੈ ਰਿਫਿਊਜ਼ਲ। ਇਸ ਵੇਲੇ ਅਗਰ ਆਪਾਂ ਦੇਖ ਲਈਏ ਤਾਂ ਹਜੇ ਵੀ ਰਿਫਿਊਜ਼ਲ ਬਹੁਤ ਵਧੀ ਹੋਈ ਹੈ। ਜੇ ਆਪਾਂ 2 ਹਫ਼ਤੇ ਪਹਿਲੇ ਝਾਤ ਮਾਰ ਕੇ ਦੇਖੀਏ ਤਾਂ ਲਗਭਗ 60-70% ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਗਏ ਸੀ। ਰੀਜ਼ਨ ਜ਼ਿਆਦਾਤਰ ਸਟੱਡੀ ਪਲਾਨ ਜਾਂ ਅਕੈਡਮਿਕ ਪ੍ਰੋਗਰੈਸ਼ਨ ਜਦੋਂ ਵੀ ਕੇਪ ਨੋਟਸ ਕਢਵਾ ਕੇ ਦੇਖ ਰਹੇ ਹਾਂ, ਕਿਉਂਕਿ ਰਿਫਿਊਜ਼ਲ ਉੱਪਰ ਤਾਂ ਇੱਕ ਸਟੈਂਡਰਡ ਜੀ ਲਾਈਨ ਲਿਖ ਦਿੱਤੀ ਜਾਂਦੀ ਹੈ ਦੈਟ ਯੂ ਵਿਲ ਨਾਟ ਕਮ ਬੈਕ ਫॉर ਵਾਟ ਐਵਰ ਰੀਜ਼ਨਸ। ਪਰ ਜਦੋਂ ਕੇਪ ਨੋਟਸ ਕਢਵਾ ਰਹੇ ਹਾਂ ਤਾਂ ਬੇਸਿਕ 2 ਮੁੱਖ ਕਾਰਨ ਸਾਹਮਣੇ ਆਉਂਦੇ ਪਏ ਹੈ। ਪਹਿਲਾ ਕਿ ਸਟੱਡੀ ਪਲਾਨ ਤੁਸੀਂ ਕਲੀਅਰ ਨਹੀਂ ਕੀਤਾ, ਦੂਜਾ ਤੁਹਾਡਾ ਅਕੈਡਮਿਕ ਜਿਹੜਾ ਪ੍ਰੋਗਰੈਸ਼ਨ ਹੈਗਾ ਉਹ ਆਪਾਂ ਸੈਟਿਸਫਾਈਡ ਨਹੀਂ ਹੈ। ਤਾਂ ਕੀ ਹੈ ਇਹ ਸਟੱਡੀ ਪਲਾਨ, ਕੀ ਹੈ ਅਕੈਡਮਿਕ ਪ੍ਰੋਗਰੈਸ਼ਨ, ਆਪਾਂ ਅੱਜ ਇਸ ਸ਼ੋਅ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਤੁਸੀਂ ਵੀ ਕਦੀ ਵੀ ਕਾਲ ਕਰ ਸਕਦੇ ਹੋ। ਪਿਰਾਮਿਡ ਈ-ਸਰਵਿਸਿਜ਼ ਦਾ ਹਰ ਇੱਕ ਸਟਾਫ ਮੈਂਬਰ ਟ੍ਰੇਨਡ ਹੈ, ਐਕਸਪਰਟ ਹੈ ਇਨ ਹੈਂਡਲਿੰਗ ਰਿਫਿਊਜ਼ਲਸ, and we are doing this from last 17 years। ਪਿਛਲੇ 17 ਸਾਲ ਦਾ ਤਜਰਬਾ ਹੈ। ਲਗਭਗ 35,000 ਤੋਂ ਵੱਧ ਬੱਚਿਆਂ ਦੀ ਜ਼ਿੰਦਗੀ ਟਰਾਂਸਫਾਰਮ ਕਰ ਚੁੱਕੇ ਹਾਂ by helping them or giving them the right institution that they are looking for। ਸੋ ਅਕੈਡਮਿਕ ਪ੍ਰੋਗਰੈਸ਼ਨ ਦੀ ਗੱਲ ਕਰੀਏ, ਬਹੁਤ ਸਾਰੇ ਕੰਸਲਟੈਂਟ ਦੇਖੋ ਅੱਜ ਦੀ ਡੇਟ ਵਿੱਚ
ਆਪਾਂ ਹੁਣ ਆਫਲਾਈਨ ਗੱਲ ਕਰ ਰਹੇ ਸੀ ਕਿ 6500 ਦੇ ਆਸ-ਪਾਸ ਪੰਜਾਬ ਵਿੱਚ ਰਜਿਸਟਰਡ ਏਜੰਟ ਹੈ। ਅੱਛਾ, ਕੀ ਉਹ ਏਜੰਟ ਕੁਆਲੀਫਾਈਡ ਹੈ ਇੱਕ ਪ੍ਰੋਫੈਸ਼ਨਲ ਸਰਵਿਸਿਜ਼ ਦੇਣ ਲਈ? ਪੰਜਾਬ ਸਰਕਾਰ ਵੱਲੋਂ ਲਾਇਸੈਂਸ ਲੈਣ ਲਈ ਕੋਈ ਟੈਸਟ ਤਾਂ ਹੈ ਨਹੀਂ, ਬੇਸਿਕਲੀ ਦਫ਼ਤਰ ਪਾ ਲਓ, ਫੀਸ ਜਮ੍ਹਾਂ ਕਰਾ ਲਓ, PCC ਕਰਾ ਲਓ ਤੇ ਲਾਇਸੈਂਸ ਲੈ ਲਓ, ਬਟ ਕੀ ਉਹਨੂੰ ਤਜਰਬਾ ਹੈ, ਕੀ ਉਹਦੇ ਕੋਲ ਕੋਈ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਹੈ, ਕੋਈ ਕੁਆਲੀਫਿਕੇਸ਼ਨ ਹੈ, ਉਹਨਾਂ ਦੀ ਆਪਣੀ ਕੁਆਲੀਫਿਕੇਸ਼ਨ ਕੀ ਹੈ, ਕਿੰਨਾ ਕੁ ਐਕਸਪੋਜ਼ਰ ਹੈ ਬਾਹਰਲੀ ਮੁਲਕਾਂ ਵਿੱਚ ਯੂਨੀਵਰਸਿਟੀਆਂ ਨਾਲ ਗੱਲਬਾਤ ਕਰਨ ਦਾ? ਕਿਉਂਕਿ ਜੇ ਕਿਸੇ ਹੋਰ ਦਾ ਉਹ ਸਬ ਏਜੰਟ ਹੈ ਤੇ ਉਹਨੂੰ ਉਹ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਔਰ ਟ੍ਰੇਨਿੰਗ ਨਹੀਂ ਮਿਲਣੀ ਜੋ ਕਿ ਅੱਗੇ ਬੱਚੇ ਨੂੰ ਦੇਣੀ ਬਹੁਤ ਜ਼ਰੂਰੀ ਹੈ। ਤੇ ਗਲਤੀਆਂ ਕਿਹੋ ਜਿਹੀਆਂ ਹੁੰਦੀਆਂ ਕਿ ਇੱਕ ਡਿਗਰੀ ਵਾਲੇ ਬੱਚੇ ਨੇ ਜਿਹਨੇ ਆਲਰੇਡੀ ਗ੍ਰੈਜੂਏਸ਼ਨ ਕੀਤੀ ਹੈ, ਮਾਸਟਰਸ ਕੀਤੀ ਹੈ, ਪੋਸਟ ਗ੍ਰੈਡ ਕੀਤੀ ਹੈ, ਉਹਨੂੰ ਚੱਕ ਕੇ ਡਿਪਲੋਮਾ ਦੇ ਦਿੰਦੇ। ਕਿਉਂ ਡਿਪਲੋਮਾ ਦੇ ਦਿੰਦੇ? ਕਿਉਂਕਿ ਉਹਨਾਂ ਕੋਲ ਹੋਰ ਕੋਈ ਸੀਟ ਅਵੇਲੇਬਲ ਨਹੀਂ ਹੁੰਦੀ, ਉਹ ਯੂਨੀਵਰਸਿਟੀ ਅਵੇਲੇਬਲ ਨਹੀਂ ਹੁੰਦੀ। ਜਿਹੜਾ ਮਾਸਟਰ ਏਜੰਟ ਜਿਹੜਾ ਉਹਨੂੰ ਕੋਰਸ ਕਹਿ ਦਿੰਦਾ, ਉਹ ਚੱਕ ਕੇ ਅੱਗੇ ਕੋਰਸ ਦੇ ਦਿੰਦੇ ਆ ਵਿਦਆਊਟ ਇਵਨ ਲੁਕਿੰਗ ਕਿ ਯਾਰ ਇਹਦੀ ਅੱਗੇ ਇੱਕ ਪ੍ਰੋਗਰੈਸ਼ਨ। ਦੇਖੋ, ਨੈਚੁਰਲ ਪ੍ਰੋਗਰੈਸ਼ਨ 12ਵੀਂ ਤੋਂ ਬਾਅਦ ਆਪਾਂ ਗ੍ਰੈਜੂਏਸ਼ਨ ਕਰਦੇ ਹਾਂ, ਗ੍ਰੈਜੂਏਸ਼ਨ ਤੋਂ ਬਾਅਦ ਵਾਪਸ 12ਵੀਂ ਨਹੀਂ ਕਰਦੇ। ਅਗਰ ਬੱਚੇ ਦਾ ਉਹ ਅਕੈਡਮਿਕ ਪ੍ਰੋਗਰੈਸ਼ਨ ਅਗਰ ਮਿਸ ਆਊਟ ਹੁੰਦਾ ਹੈ ਤੇ ਉਹਦੇ ਰਿਫਿਊਜ਼ਲ ਦੇ ਚਾਂਸਸ ਵੱਧ ਜਾਂਦੇ ਹੈ, ਕਿਉਂਕਿ ਐਮਬੈਸੀ ਨੂੰ ਇਹ ਲੱਗਦਾ ਹੈ ਕਿ ਇਹ ਇੱਕ ਡੈਸਪਰੇਟ ਕੇਸ ਹੈ ਕੈਨੇਡਾ ਜਾਣ ਵਾਲਾ, ਜਿਹਦਾ ਅੱਗੇ ਉਹਨੇ ਇਹ ਕੇਅਰਫੁਲੀ ਨਹੀਂ ਦੇਖਿਆ ਕਿ ਅੱਗੇ ਮੇਰੀ ਪ੍ਰੋਗਰੈਸ਼ਨ ਹੋ ਵੀ ਰਹੀ ਹੈ ਨਹੀਂ ਹੋ ਰਹੀ। ਫੋਰ ਐਗਜ਼ਾਮਪਲ ਨੌਨ ਮੈਡੀਕਲ ਜਿਹੜੇ ਬੱਚੇ ਨੇ ਫਿਜ਼ਿਕਸ, ਕੈਮਿਸਟਰੀ, ਮੈਥਸ ਰੱਖੀ, ਉਹਦੀ ਅਲਟੀਮੇਟਲੀ ਉਹਦੀ ਅਕੈਡਮਿਕ ਪ੍ਰੋਗਰੈਸ਼ਨ ਕੀ ਹੋਏਗੀ ਕਿ ਉਹ ਮਸ਼ੀਨ ਲਰਨਿੰਗ, ਰੋਬੋਟਿਕਸ, ਆਟੋਮੇਸ਼ਨ, ਡਿਜੀਟਲ ਮੈਨੂਫੈਕਚਰਿੰਗ, ਵੈਬ ਐਪਲੀਕੇਸ਼ਨ ਡਿਵੈਲਪਮੈਂਟ, ਮੋਬਾਈਲ ਡਿਵੈਲਪਮੈਂਟ ਵਰਗੇ ਟੈਕਨੀਕਲ ਪ੍ਰੋਗਰਾਮ 'ਚ ਜਾਵੇ, ਕਿਉਂਕਿ ਉਹਨੇ ਮੈਥਸ ਪੜ੍ਹਿਆ ਤੇ ਫਿਜ਼ਿਕਸ ਪੜ੍ਹੀ ਹੈ। ਇਹ ਇੱਕ ਅਕੈਡਮਿਕ ਪ੍ਰੋਗਰੈਸ਼ਨ ਹੈ। ਬਟ ਅਗਰ ਉਹੋ ਜਿਹੇ ਏਜੰਟ ਕੋਲ ਚਲਾ ਗਿਆ ਜਿਹਦੇ ਕੋਲ ਕੋਰਸ ਹਸਪਿਟੈਲਿਟੀ ਦਾ ਹੋਇਆ, ਉਹਨੇ ਕੋਈ ਨਾ ਕੋਈ ਕਹਾਣੀ ਪਾ ਦੇਣੀ ਹੈ, ਬੜਾ ਸਕੋਪ ਹੈ ਜੀ, ਜਦੋਂ ਕੋਵਿਡ ਖਤਮ ਹੋ ਗਿਆ ਹੋਟਲਾਂ ਦੇ ਹੋਟਲ ਭਰ ਜਾਣੇ ਹੈ। ਉਹ ਬੱਚਾ ਵਿਚਾਰਾ ਪਿੰਡਾਂ ਤੋਂ ਉੱਠ ਕੇ ਕਿੰਨੀ ਕੁ ਨੌਲੇਜ ਔਰ ਕਿੰਨੀ ਕੁ ਐਕਸਪਰਟੀਜ਼ ਹੈ, ਉਹਨੇ ਕਹਿਣਾ ਠੀਕ ਹੈ ਜੀ ਮੇਰਾ ਏਜੰਟ ਸਹੀ ਕਹਿੰਦਾ, ਉਹਨੇ ਵੈਸੇ ਵੀ ਮੇਰੇ ਰਿਸ਼ਤੇਦਾਰੀ 'ਚੋਂ ਹੈ, ਮੈਨੂੰ ਥੋੜਾ ਖਰਾਬ ਕਰੂਗਾ। ਅੱਛਾ, ਉਹਨੂੰ ਹਸਪਿਟੈਲਿਟੀ ਦੇ ਦਿੱਤਾ। ਜਦੋਂ ਉਹਨਾਂ ਨੇ ਐਮਬੈਸੀ ਦੇ ਵੀਜ਼ਾ ਅਫਸਰ ਨੇ ਕਿਹਾ ਕਿ ਯਾਰ ਮੈਥਸ 'ਚੋਂ ਵੀ ਨੰਬਰ ਕਾਕੇ ਦੇ ਠੀਕ ਸੀ, ਫਿਜ਼ਿਕਸ 'ਚੋਂ ਵੀ ਠੀਕ ਸੀ, ਇਹਦੀ ਅਕੈਡਮਿਕ ਪ੍ਰੋਗਰੈਸ਼ਨ ਨਹੀਂ ਹੋਈ ਕਿਉਂਕਿ ਕੋਰਸ ਹੀ ਗਲਤ ਦੇ ਦਿੱਤਾ। ਸੋ ਬੇਸਿਕਲੀ ਗਿਵਿੰਗ ਅ ਰੋਂਗ ਪ੍ਰੋਗਰਾਮ ਔਰ ਨਾਟ ਗਿਵਿੰਗ ਦ ਰਾਈਟ ਇੰਸਟੀਟਿਊਸ਼ਨ is what they mean by academic progression. So ਇਹ ਇੱਕ ਫਲੋ ਚੱਲਦੀ ਰਹਿਣੀ ਚਾਹੀਦੀ। ਔਰ ਜਿੱਥੋਂ ਤੱਕ ਸਟੱਡੀ ਪਲਾਨ ਦਾ ਸਵਾਲ ਹੈ, ਅਗਰ ਕੋਈ ਵੀ ਹੁਣ IRCC ਦਾ ਵੈਬੀਨਾਰ, ਕਿਉਂਕਿ ਬੱਚਿਆਂ ਨਾਲ ਵੀ ਆਫਟਰ ਸਾਡੇ ਸਾਰਿਆਂ ਦੀ ਮਿਹਨਤ ਇਹ ਰੰਗ ਲਾਈ ਕਿ ਹੁਣ ਇਮੀਗ੍ਰੇਸ਼ਨ IRCC ਐਟਲੀਸਟ ਵੈਬੀਨਾਰ ਕਰਨਾ ਸ਼ੁਰੂ ਹੋ ਗਈ ਹੈ। ਅਗਰ ਆਪਾਂ ਪਹਿਲੇ ਝਾਤ ਮਾਰੀਏ 2010, 15, 18, 20 ਤੱਕ ਵੀ ਨਹੀਂ ਕਰਦੀ ਸੀ, ਹੁਣ 21 'ਚ ਤੇ ਵੈਬੀਨਾਰ ਅਗਰ ਬੱਚਿਆਂ ਨੇ ਅਟੈਂਡ ਕੀਤਾ ਹੋਊਗਾ, ਉਹਦੇ ਵਿੱਚ ਉਹਨਾਂ ਨੇ 2-3 ਚੀਜ਼ਾਂ ਉੱਪਰ ਮੇਨ ਐਮਫੈਸਿਸ ਦਿੱਤਾ ਹੈ ਕਿ ਤੁਸੀਂ ਇੰਸਟੀਟਿਊਸ਼ਨ ਕਿਹੜੀ ਚੂਜ਼ ਕਰ ਰਹੇ ਹੋ, ਤੁਸੀਂ ਕੋਰਸ ਕਿਹੜਾ ਚੂਜ਼ ਕਰ ਰਹੇ ਹੋ, ਔਰ SOP ਦੇ ਵਿੱਚ ਸਾਨੂੰ ਕਹਾਣੀਆਂ ਨਹੀਂ ਚਾਹੀਦੀਆਂ ਕਿ ਮੇਰਾ ਅੰਕਲ ਇਹ ਸੀ, ਉਹਨੂੰ ਮੈਂ ਦੇਖ ਕੇ ਇਹ ਕਰਨਾ ਚਾਹੁੰਦਾ, ਵਾਪਸ ਆ ਕੇ ਮੈਂ ਇਹ ਕਰੂੰਗਾ। ਇਨਸਟੈਡ ਸਿਰਫ ਉਹ 3 ਚੀਜ਼ਾਂ ਜਾਣਨਾ ਚਾਹੁੰਦੇ ਆ ਕਿ ਤੁਸੀਂ ਜੇ ਇਹ ਕੋਰਸ ਚੂਜ਼ ਕੀਤਾ ਕਿਉਂ ਕੀਤਾ, ਕਾਲਜ ਚੂਜ਼ ਕੀਤਾ ਕਿਉਂ ਕੀਤਾ, ਔਰ ਤੁਹਾਡੇ ਕੋਲ ਆਪਣੇ ਆਪ ਨੂੰ ਸਪੋਰਟ ਕਰਨ ਲਈ ਅਗਲੇ 2 ਸਾਲਾਂ ਲਈ ਕਿੰਨੇ ਕੁ ਫੰਡ ਅਵੇਲੇਬਲ ਹੈ। ਉਹ ਤੁਹਾਡੀ ਬੈਂਕ ਸਟੇਟਮੈਂਟਾਂ ਨਹੀਂ ਚਾਹੁੰਦੇ। ਸੋ ਡੋਂਟ ਟੇਕ ਮੀ ਰੋਂਗ, ਦੇ ਡੂ ਨਾਟ ਵਾਂਟ ਯੋਰ ਫਾਈਨੈਂਸ਼ੀਅਲਸ। ਉਹ ਕੋਈ ਤੁਹਾਡੀਆਂ ਰਿਪੋਰਟਾਂ ਨਹੀਂ ਚਾਹੁੰਦੇ। SDS ਦੇ ਕੇਸ ਵਿੱਚ ਹਜੇ ਵੀ ਸਿਰਫ GIC ਚਾਹੀਦਾ ਹੈ ਔਰ ਇਨਕਮ ਟੈਕਸ ਰਿਟਰਨਸ ਤੁਸੀਂ ਲਗਾ ਸਕਦੇ ਹੋ। ਬਟ ਫਾਈਨੈਂਸ਼ੀਅਲ ਪਲੈਨਿੰਗ ਇੰਪੋਰਟੈਂਟ ਹੈ, ਪਲੈਨਿੰਗ ਆਫ ਚੂਜ਼ਿੰਗ ਦੈਟ ਕੋਰਸ ਐਂਡ ਇੰਸਟੀਟਿਊਸ਼ਨ ਇੰਪੋਰਟੈਂਟ ਹੈ, ਨਥਿੰਗ ਮੋਰ ਦੈਨ ਦੈਟ ਇਜ਼ ਰਿਕੁਆਇਰਡ। ਸੋ ਬਹੁਤ ਸਾਰੇ ਕੰਸਲਟੈਂਟਾਂ ਨੇ 3-3, 4-4 ਪੇਜਾਂ ਦੀਆਂ SOPs ਲਾਤੀਆਂ ਜਾਂ ਲਾਈਆਂ ਹੀ ਨਹੀਂ। ਨੂਰ ਜੀ, ਇਹਦਾ ਵੀ ਇੱਕ ਕਾਰਨ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ 2021 ਦੇ ਵਿੱਚ ਵੈਬੀਨਾਰ ਕੀਤੇ IRCC ਨੇ, ਪਹਿਲਾਂ ਨਹੀਂ ਕਦੇ ਕੀਤੇ। ਅੱਜ ਉਹ ਦੱਸ ਰਹੇ ਨੇ ਕਿ ਪ੍ਰਵੈਂਸ ਕਿਵੇਂ ਹੋਵੇ, ਅਕੈਡਮਿਕ ਪ੍ਰੋਗਰੈਸ਼ਨ ਕਿਵੇਂ ਚੈੱਕ ਕਰਨਾ ਹੈ, ਤੁਸੀਂ ਆਪਣੇ ਬਾਕੀ ਜਿਹੜੀਆਂ ਚੀਜ਼ਾਂ ਨੇ ਟੈਕਨੀਕਲ, ਕਿਉਂਕਿ ਪਹਿਲਾਂ ਪੰਜਾਬ 'ਚ ਆਲਰੇਡੀ ਕੰਸਲਟੈਂਟਸ ਦੱਸ ਦਿੰਦਾ ਸੀ, ਉਹ ਕੰਸਲਟੈਂਟ ਹੁੰਦੇ ਸੀ। ਜਦੋਂ ਦੇ ਇਨਵੈਸਟਰ ਆਏ ਨੇ, ਉਹ ਤਾਂ ਕਹਿੰਦਾ ਜੀ ਤੂੰ 5 ਲੱਖ ਦਾ ਛੱਡ, ਤੂੰ ਮੇਰੇ ਤੋਂ 18 ਲੱਖ 'ਚ ਵੀਜ਼ਾ ਲੈ ਲੈ, ਪਰ ਪੈਸੇ ਬਾਅਦ ਦੇ ਵਿੱਚ ਦੇ ਦੀ। ਉਹ ਜਦੋਂ ਇਨਵੈਸਟਰ ਆ ਗਏ, ਉਹਨਾਂ ਨੂੰ ਲੱਗਿਆ ਕਿ ਹੁਣ ਕੰਸਲਟੈਂਟਸ ਦਾ ਰੋਲ ਅਸਾਂ ਅਦਾ ਕਰਦੀ ਹੈ, ਉਹਨਾਂ ਨੇ ਤਾਂ ਕਰਨਾ, ਪੰਜਾਬ ਵਾਲਿਆਂ ਨੇ ਤਾਂ ਕਰਨਾ ਨਹੀਂ ਹੁਣ। ਸੋ ਬਹੁਤ ਵੱਡੀ ਸਮੱਸਿਆ ਹੈ। ਅੱਜ ਕੋਪ ਗੈਪ ਹੈ, ਅੱਜ ਪ੍ਰਵੈਂਸ ਗੈਪ ਹੈ, ਅੱਜ ਪ੍ਰੋਗਰੈਸ਼ਨ ਗੈਪ ਹੈ, ਸਟੱਡੀ ਪਲਾਨ ਗੈਪ ਹੈਗਾ। ਅੱਜ ਉਹ ਚੀਜ਼ਾਂ ਗਾਇਬ ਹੋ ਗਈਆਂ ਮਾਰਕੀਟ ਦੇ ਵਿੱਚੋਂ ਜਿਹੜੀਆਂ ਆਪਾਂ 2012-13 ਦੇ ਵਿੱਚ TV ਤੇ ਗੱਲ ਕਰਦੇ ਸੀ ਕਿ ਕੋਪ ਅਪ ਕੀ ਹੈਗਾ। 2016-17 ਤੋਂ ਬਾਅਦ ਜਦੋਂ ਇਹ ਟ੍ਰੈਂਡ ਸ਼ੁਰੂ ਹੋਇਆ ਸੀ ਆਫਟਰ ਵੀਜੇ ਦਾ, ਤੁਹਾਨੂੰ ਯਾਦ ਹੈ ਆਪਾਂ ਉਸ ਵੇਲੇ ਵੀ ਮਗਰ ਪੈ ਗਏ ਸੀ ਉਹਨਾਂ ਏਜੰਟਸ ਖਿਲਾਫ, ਆਪਾਂ ਉਹਨਾਂ ਨੂੰ ਆਪਾਂ ਨੈਗੇਟਿਵ ਕਰਨਾ, ਬੱਚਿਆਂ ਨੂੰ ਨੈਗੇਟਿਵ ਕਰਨਾ। ਬਟ ਅਲਟੀਮੇਟਲੀ ਆਪਣੇ ਪੰਜਾਬ ਨੂੰ ਇਸ ਵੇਲੇ ਜਾਗਰੂਕ ਹੋਣ ਦੀ ਲੋੜ ਹੈ। ਆਪਣੇ ਬੱਚਿਆਂ ਨੂੰ ਇਨਫੋਰਮੇਸ਼ਨ, ਕਿਉਂਕਿ ਅੱਜ ਕੱਲ੍ਹ ਇੰਨੀ ਫ੍ਰੀਲੀ ਅਵੇਲੇਬਲ ਹੈ, ਇਹ ਇਨਫੋਰਮੇਸ਼ਨ ਦਾ ਜ਼ਮਾਨਾ ਹੈ। ਅਗਰ ਇਸ ਜ਼ਮਾਨੇ 'ਚ ਵੀ ਅਗਰ ਆਪਾਂ ਇੱਦਾਂ ਦੀਆਂ ਚੀਜ਼ਾਂ ਵਿੱਚ, ਇੱਦਾਂ ਦੀਆਂ ਮਿਸਲੀਡਿੰਗ ਐਡਾਂ 'ਚ ਫਸ ਜਾਵਾਂਗੇ
ਤੇ 4 ਲੱਖ ਵਾਲਾ ਸਮਾਨ 24 ਲੱਖ ਰੁਪਈਆ ਅਲਟੀਮੇਟਲੀ ਵੀ ਵਿਲ ਪੇ। ਮਤਲਬ ਇਸ ਕਰਕੇ ਦੇਖੋ ਇਹ ਕੋਈ ਇਹ ਸਕਿੱਲ ਨਹੀਂ ਹੈ ਕਿਸੇ ਦੀ ਵੀ ਕਿ ਮੈਂ ਤੁਹਾਡਾ ਵੀਜ਼ਾ ਲਗਵਾ ਸਕਦਾ। ਬੇਸਿਕਲੀ 4 ਗਿਣਤੀ ਦੇ ਡਾਕੂਮੈਂਟ ਨਹੀਂ ਚਾਹੀਦੇ, ਸਕਿੱਲ ਤੁਹਾਡੇ ਅੰਦਰ ਹੈ। ਤੁਸੀਂ ਬੈਂਡ ਅਗਰ 6.5 ਲੈ ਕੇ ਆ ਗਏ, ਤੁਹਾਡੇ ਚਾਂਸ ਵੱਧ ਗਏ। ਤੁਹਾਡੀ ਉਹਨਾਂ ਨੂੰ ਟੋਕ ਰਿਹਾ, ਉਹਨਾਂ ਨੂੰ ਫਰਕ ਵੀ ਕੀ ਹੈ, ਉਹਨੇ 200 ਐਪਲੀਕੇਸ਼ਨ ਲਾਈ, 20 ਵੀ ਲੱਗ ਗਏ, ਉਹਦਾ ਤਾਂ 20 ਕਰੋੜ ਰੁਪਈਆ ਬਣ ਗਿਆ, ਬਿਲਕੁਲ 15 ਬਣ ਗਿਆ, 5 ਬਣ ਗਿਆ। ਫਰਕ ਤਾਂ ਉਹਨਾਂ ਨੂੰ ਪੈਂਦਾ ਜਿਹਨੇ ਵਿਚਾਰੇ ਨੇ 20,000 ਦੇ ਕੇ ਮੱਥਾ ਮਾਰੀ ਕਰਕੇ ਕੰਸਲਟੈਂਸੀ ਦੇ ਕੇ ਵੀਜ਼ਾ ਲੈਣਾ ਹੈਗਾ। ਗੱਲ ਤਾਂ ਇਹ ਹੈ ਨਾ, ਇਨਵੈਸਟਰ ਨੂੰ ਕੀ ਫਰਕ ਪੈਂਦਾ? ਬਿਲਕੁਲ ਇਨਵੈਸਟਰ ਨੂੰ ਕੀ ਫਰਕ ਪੈਂਦਾ? ਦੇਖੋ 3-4 ਅੱਛਾ ਉਹ ਵੀ ਬੇਸਿਕਲੀ ਕੀ ਹੈ, ਪ੍ਰਾਈਵੇਟ ਕਾਲਜਾਂ ਵਿੱਚ ਜਿੱਥੇ ਦਾਖਲਾ ਕਰਾਉਂਦੇ ਉਹ ਕਿਹੜਾ ਫੀਸ ਲੈਂਦੇ? ਅੱਜ ਤੱਕ ਕਿਸੇ ਪ੍ਰਾਈਵੇਟ ਕਾਲਜ ਤੁਸੀਂ ਗੱਲ ਕਰ ਲਓ, ਕਹਿੰਦੇ ਆ ਜੀ ਤੁਸੀਂ ਫੀਸ ਏਜੰਟ ਨਾਲ ਉਹਨਾਂ ਦਾ ਟਾਈ ਅਪ ਹੈ ਹੋ ਜਾਂਦਾ ਕਿ ਸਾਨੂੰ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਦੇਣਾ, ਆਪਾਂ ਤੁਹਾਨੂੰ LOA ਆਫਰ ਲੈਟਰ 'ਚ ਲਿਖ ਕੇ ਦੇ ਦੇਵਾਂਗੇ। ਜ਼ਿਆਦਾਤਰ ਲੋਕ ਐਦਾਂ ਕਰਦੇ ਹੈ ਔਰ ਅਲਟੀਮੇਟਲੀ ਉਸ ਚੱਕਰ ਵਿੱਚ ਬੱਚਿਆਂ ਦੀ ਨੁਕਸਾਨ ਕੀ ਹੁੰਦਾ ਹੈ ਕਿ ਬੱਚਿਆਂ ਨੂੰ ਲੱਗਦਾ ਕਿ ਜੇ ਸਾਡੀ ਫੀਸ ਤਾਰੀ ਸੀ, ਫੀਸ ਵੀ ਨਹੀਂ ਤਾਰੀ ਹੁੰਦੀ ਔਰ ਇਵੈਂਚੁਅਲੀ ਬਾਅਦ ਚੋਂ 20-25 ਲੱਖ ਰੁਪਏ ਲੈ ਲੈਂਦੇ। ਸੋ ਇਸ ਕਰਕੇ ਫੀਸ ਆਫਟਰ ਵੀਜ਼ਾ ਤੋਂ ਥੋੜਾ ਜਿਹਾ ਬਚੋ ਐਂਡ ਸੋਚ ਸਮਝ ਕੇ ਡਿਸੀਜਨ ਲਵੋ, ਸੋਚ ਸਮਝ ਕੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਕਰੋ। ਸਰਕਾਰੀ ਕਾਲਜ ਜਾਂ ਬਹੁਤ ਸਾਰੇ ਐਸੇ ਪ੍ਰਾਈਵੇਟ ਕਾਲਜਸ ਹੈ ਜਿਨ੍ਹਾਂ ਦੇ ਸਰਕਾਰੀ ਕਾਲਜਾਂ ਨਾਲ ਟਾਈ ਅਪ ਹੈ, ਇਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਹਿੰਦੇ ਆ। ਉਹਨਾਂ 'ਚ ਵੀ ਤੁਸੀਂ ਦਾਖਲਾ ਲੈ ਸਕਦੇ ਹੋ, ਉਹਨਾਂ ਦੇ ਥਰੂ ਤੁਹਾਨੂੰ ਆਫਟਰ ਸਟੱਡੀ ਵੀਜ਼ਾ ਤੁਹਾਨੂੰ ਅੱਗੇ ਵਰਕ ਪਰਮਿਟ ਮਿਲ ਸਕਦਾ ਹੈ। ਬਟ ਇੱਦਾਂ ਦੇ ਅਰੇਂਜਮੈਂਟ ਵਿੱਚ ਜਾਓ ਜਿੱਥੇ ਅੱਗੇ ਫਿਊਚਰ ਸਿਕਿਉਰ ਹੋਵੇ ਔਰ ਜਿੰਨੀ ਫੀਸ ਲੈਟਰ ਤੇ ਲਿਖ ਕੇ ਆ ਰਹੀ ਹੈ ਸਿਰਫ ਉਨੀ ਫੀਸ ਭਰੋ। ਐਵੇਂ ਕਿਸੇ ਨਾਲ ਪੈਕੇਜ ਸਿਸਟਮ ਕਰਕੇ ਵੀਜ਼ਾ ਰਿਫਿਊਜ਼ਲ ਨਾ ਕਰਵਾ ਕੇ ਬਹਿ ਜਾਣ। ਜਿਹੜੀ ਤੁਸੀਂ ਅੱਜ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ 17 ਸਾਲ ਦਾ ਤਜਰਬਾ ਹੈ, ਕੰਪੀਟੈਂਟ ਸਟਾਫ ਹੈਗਾ, ਇਹ ਗੱਲ ਅਸੀਂ ਕਿਸੇ ਨਾਲ ਬੈਠੇ ਕਰ ਰਹੇ ਸੀ ਕੱਲ ਕਿ ਜੀ ਪੰਜਾਬ ਦੇ ਵਿੱਚ ਇਹ ਪਿਰਤ ਪੈ ਗਈ ਹੈ ਕਿ ਹਰ ਬੰਦਾ ਇਸ ਇੰਡਸਟਰੀ ਦੇ ਵਿੱਚ ਆ ਗਿਆ। ਤਾਂ ਉਹਨਾਂ ਨੇ ਇੱਕ ਬੜੀ ਹਾਸੋਹੀਣੀ ਗੱਲ ਸੁਣਾਈ, ਬੱਚਿਆਂ ਦੇ ਕੰਮ ਜ਼ਰੂਰ ਆਊਗੀ। ਉਹ ਕਹਿੰਦਾ ਜੀ ਮੇਰਾ ਕੱਲ AC ਖਰਾਬ ਹੋ ਗਿਆ, ਉਹ ਵਿਅਕਤੀ AC ਠੀਕ ਕਰੀ ਜਾਵੇ ਤੇ ਉਹਨੇ ਇੱਕ ਫੋਨ ਆਂਦਾ, ਉਹ ਸਵਾਲ ਪੁੱਛਦਾ ਬੈਂਡ ਕਿੰਨੇ ਆ, ਤੇ ਮੈਂ ਉਹਨਾਂ ਨੂੰ ਕਿਹਾ ਵੀ ਤੂੰ AC ਠੀਕ ਕਰ ਦਾਂਗਾ, ਹੋਰ ਕਾਰੋਬਾਰ ਵੀ? ਕਹਿੰਦਾ ਨਾ ਬੱਚੇ ਵੀ ਬਾਹਰ ਭੇਜਦਾ ਜੀ। ਹੁਣ ਸਟੱਡੀ ਪਲਾਨ ਜਾਂ ਪ੍ਰੋਵਿੰਸ ਜਾਂ ਕੋਪ ਜਾਂ ਕ੍ਰੈਡਿਟਸ ਜਾਂ ਅਕੈਡਮਿਕ ਪ੍ਰੋਗਰੈਸ਼ਨਸ ਜਿਹੜੀ ਹੈਗੀਆਂ AC ਵਾਲੇ ਨੇ ਵਿਚਾਰੇ ਨੇ ਕੀ ਦੱਸਣੀਆਂ। ਇਹ ਨਹੀਂ ਕਹਿੰਦੇ ਕਿ ਇਸ ਨੂੰ ਕਰਨਾ ਨਹੀਂ ਚਾਹੀਦਾ। ਸੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਘੁਸਪੈਠ ਜਿਹੜੀ ਇਸ ਇੰਡਸਟਰੀ 'ਚ ਜਦੋਂ ਤੋਂ ਹੋਈ ਹੈ ਨਾ 16-17 ਤੋਂ ਬਾਅਦ ਇਨਵੈਸਟਰ ਆਏ ਨੇ, ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਖਾਮੀਆਂ ਪਾਈਆਂ ਗਈਆਂ। ਰਿਫਿਊਜ਼ਲ ਦੇ ਕਾਰਨ ਵੀ ਇਹੀ ਨੇ। ਹੁਣ ਮੇਰੇ ਖਿਆਲ ਤਕਰੀਬਨ ਅਸੀਂ ਇੱਕ ਕੱਲ ਗੱਲ ਕਰ ਰਹੇ ਸੀ ਕਿ ਕਿੰਨੇ ਕੁ ਲੋਕ ਨੇ ਜਿਹੜੇ ਆਪਣੇ ਇਸ ਕਿੱਤੇ ਨੂੰ ਪਿਆਰ ਕਰਦੇ ਆ, ਜਿਹੜੇ ਆਪਣੇ ਦਫ਼ਤਰ ਬੈਠਦੇ ਆ, ਜਿਹੜੇ ਆਪਣੇ TV ਤੇ ਬੋਲਦੇ ਆ, ਫੇਸਬੁੱਕ ਤੇ ਗੱਲ ਕਰਦੇ ਆ, ਆਪਣੀਆਂ SOPs ਜਾਂ ਆਪਣੀਆਂ ਐਪਲੀਕੇਸ਼ਨਸ ਆਪ ਚੈੱਕ ਕਰਾਉਂਦੇ ਆ। ਕਿੰਨੇ ਕੁ ਲੋਕ ਨੇ? ਬਾਕੀ ਨੇ +2 ਵਾਲਾ ਸਟਾਫ ਰੱਖਿਆ, ਆਪ ਪ੍ਰਾਪਰਟੀ ਦਾ ਕੰਮ ਕਰੀ ਜਾਂਦੇ ਨਾਲ ਕਾਰੋਬਾਰ, ਉਹ ਬੱਚੇ ਨਾਲ ਖਿਲਵਾੜ ਹੋ ਰਿਹਾ। ਗਿਣੇ ਚੁਣੇ ਅਲਟੀਮੇਟਲੀ ਕੋਈ ਵੀ ਇਹਨੂੰ ਇੱਕ ਸੀਰੀਅਸ ਪ੍ਰੋਫੈਸ਼ਨ ਦੀ ਬਜਾਏ ਇਹਨੂੰ ਇੱਕ ਮਨੀ ਮਿੰਟਿੰਗ ਪ੍ਰੋਫੈਸ਼ਨ ਦੇਖਦਾ ਹੈ। ਬਟ ਅਗੇਨ ਜੋ ਕਹਿੰਦੇ ਆ ਬਾਇਰ ਟੂ ਬਿਵੇਅਰ, ਦੇਖੋ ਬੱਚੇ ਨੂੰ ਅੱਜ ਦੀ ਡੇਟ ਵਿੱਚ ਮੋਬਾਈਲ ਬੱਚੇ ਦੇ ਹੱਥ ਵਿੱਚ ਹੈ, ਹਰ ਚੀਜ਼ ਬੱਚਾ ਰਿਸਰਚ ਕਰ ਸਕਦਾ। ਤਾਂ ਵੀ ਜੇ ਆਪਾਂ ਖੂਹ 'ਚ ਛਾਲ ਮਾਰਨਾ ਚਾਹੁੰਦੇ ਹਾਂ ਤਾਂ ਉਹ ਸਾਡੀ ਆਪਣੀ ਗਲਤੀ ਹੋਊਗੀ। ਇਸ ਕਰਕੇ ਥੋੜਾ ਜਿਹਾ ਜਿਹੜਾ ਭਾਜੀ ਜਿੱਦਾਂ ਕਹਿ ਰਹੇ ਆ ਦੈਟ ਇਨਵੈਸਟਰ ਹੈ ਇਸ ਵੇਲੇ, ਉਹਨਾਂ ਲਈ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਵੀਜ਼ਾ ਲੱਗਦਾ, ਰਿਫਿਊਜ਼ਲ ਲੱਗਦੀ ਹੈ। ਵੀਜ਼ਾ ਲੱਗ ਗਿਆ ਤਾਂ ਅਗਲੇ ਨੇ ਵੀ ਕਮਾਈ ਕਰ ਲੈਣੀ। ਇਸ ਲਈ ਸੋਚ ਸਮਝ ਕੇ ਕੰਸਲਟੈਂਟ ਦੀ ਚੋਣ ਕਰੋ। ਲਾਇਸੈਂਸ ਹੋਣ ਨਾਲ ਉਹਦੀ ਪ੍ਰੋਫੈਸ਼ਨਲ ਉਹਦੀ ਕਿੰਨੀ ਉਹਨੂੰ ਅੰਡਰਸਟੈਂਡਿੰਗ ਹੈ, ਇਹ ਕੋਈ ਜ਼ਰੂਰੀ ਨਹੀਂ ਹੈ। ਬਹੁਤ ਜ਼ਰੂਰੀ ਹੈ ਕਿ ਜਿਹੜੀ ਯੂਨੀਵਰਸਿਟੀ ਕਾਲਜ ਵਿੱਚ ਦਾਖਲਾ ਲੈ ਰਹੇ ਹੋ ਉਸ ਯੂਨੀਵਰਸਿਟੀ ਕਾਲਜ ਨੂੰ ਇੱਕ ਵਾਰੀ ਮੇਲ ਲਿਖੋ ਪੁੱਛਣ ਲਈ ਕਿ ਇਸ ਏਜੰਟ ਤੋਂ ਐਪਲੀਕੇਸ਼ਨ ਪਾਉਣ ਲੱਗਾ ਕੀ ਹੈ ਏਜੰਟ ਤੁਹਾਡੇ ਨਾਲ ਸਿੱਧੇ ਤੌਰ ਤੇ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਜੇ ਨਹੀਂ ਕਰ ਰਿਹਾ ਹੈ ਤੇ ਉਸ ਏਜੰਟ ਨਾਲ ਕੰਮ ਕਰੋ ਜਿਹੜਾ ਯੂਨੀਵਰਸਿਟੀ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ, ਤਾਂ ਕਿ ਤੁਸੀਂ ਅੱਛੀ ਤਰ੍ਹਾਂ ਅੱਗੇ ਆਪਣੀ ਐਪਲੀਕੇਸ਼ਨ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਲਟੀਮੇਟਲੀ ਇੱਕ ਐਕਸਪਰਟੀਜ਼, ਇੱਕ ਤਜਰਬੇ ਦੇ ਨਾਲ ਸਕਸੈਸ ਰੇਟ ਵੀ ਵੱਧਦੀ ਹੈ। ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਜਨਵਰੀ ਇਨਟੇਕ ਵਾਸਤੇ? ਇਹ ਨਾ ਮੁੜ ਪਛਤਾਉਣਾ ਪਵੇ ਜੀ ਮੇਰੀ ਰਿਫਿਊਜ਼ਲ ਅਕੈਡਮਿਕ ਪ੍ਰੋਗਰੈਸ਼ਨ ਕਰਕੇ ਆ ਗਈ, ਜਿਹੜੀ ਤੁਸੀਂ ਗੱਲ ਕੀਤੀ ਕਿ ਮਾਸਟਰ ਕਰਕੇ ਫਿਰ ਉਹਨੂੰ ਡਿਪਲੋਮਾ ਦੇ ਦਿਓ, ਜਾਂ ਸਟੱਡੀ ਪਿੱਛੇ ਜੇ ਲੈਟਰ ਆਈਆਂ ਜਦੋਂ ਕਿਊਬਿਕ ਦੇ ਵਿੱਚ ਸਟੱਡੀ ਪਲਾਨ, ਉਹਨੂੰ ਬੱਚਾ ਸਟੱਡੀ ਪਲਾਨ, ਉਹਨੂੰ ਤਾਂ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਕਿ ਕਾਲਜ ਕਿਹੜਾ ਹੈ, ਕੋਰਸ ਕਿਹੜਾ ਹੈ, ਕਿੱਥੇ ਭੇਜਿਆ ਜਾ ਰਿਹਾ, ਸਟੱਡੀ ਪਲਾਨ ਤਾਂ ਕੀ ਹੋਣਾ। ਸਕਸੈਸ ਰੇਟ 22 ਦੇ ਜਨਵਰੀ ਲਈ ਵਧਾਉਣ ਵਾਸਤੇ ਕਿਹੜੀਆਂ ਟੈਕਨੀਕਲ ਗੱਲਾਂ ਦਾ ਧਿਆਨ ਰੱਖਣਾ? ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਹਰ ਰੋਜ਼ ਅਰਦਾਸ ਕਰਨੀ ਚਾਹੀਦੀ ਕਿ ਕੋਵਿਡ ਦੀ 3rd ਵੇਵ ਨਾ ਆਵੇ। ਜੇ ਕੋਵਿਡ ਦੀ 3rd ਵੇਵ ਆ ਜਾਂਦੀ ਹੈ ਤੇ ਫਿਰ ਸਕਸੈਸ ਰੇਟ ਉੱਪਰ। ਫਿਰ ਦੇਖੋ ਬਾਟਮ ਲਾਈਨ ਰਣਬੀਰ ਜੀ, ਜਿਹੜੀਆਂ ਰਿਫਿਊਜ਼ਲਾਂ ਵਧੀਆਂ, ਦੇਖੋ ਕੈਨੇਡਾ ਵਰਗੀ ਜਿੰਨੀਆਂ ਵੀ ਵੈਸਟਰਨ ਕੰਟਰੀਜ਼ ਹੈਗੀਆਂ, ਇਹਨਾਂ ਵਿੱਚ ਆਪਣੀ ਪਬਲਿਕ ਹੈਲਥ ਸਭ ਤੋਂ ਉੱਪਰ ਹੈ। ਮਤਲਬ ਕੱਲੇ ਜਿੱਥੇ ਕੱਲੇ ਇਨਸਾਨ ਦੀ ਬੁੱਕਤ ਹੈ, ਕੀਮਤ ਹੈ, ਲਾਈਫ ਦੀ ਵੈਲਿਊ ਹੈ, ਉੱਥੇ ਉਸ ਲਾਈਫ ਨੂੰ ਡੇਂਜਰ ਵਿੱਚ ਪਾਉਣ ਲਈ ਕੋਈ ਵੀ ਇਹੋ ਜਿਹਾ ਸਟੈਪ ਨਹੀਂ ਚੱਕਣਗੇ ਜਿਹਦੇ ਨਾਲ ਉੱਥੋਂ ਦੇ ਲੋਕਲ ਸਿਟੀਜ਼ਨਸ ਨੂੰ ਕੋਈ ਨੁਕਸਾਨ ਹੋ ਸਕੇ। ਸੋ ਅਗਰ ਇਹ ਸੈਕੰਡ ਵੇਵ ਨਾ ਆਈ ਹੁੰਦੀ ਤੇ ਸਪਟੈਂਬਰ ਦਾ ਸਕਸੈਸ ਵੀ, ਮਤਲਬ ਇਹ ਗੱਲ ਸੁਣਨ 'ਚ ਸ਼ਾਇਦ ਔਕਵਰਡ ਹੋਵੇ ਬਟ ਸੱਚ ਹੈ।
ਆਪਾਂ ਜੋ ਯੂਨੀਵਰਸਿਟੀਆਂ ਕਾਲਜਾਂ ਨਾਲ ਗੱਲਬਾਤ ਕਰਦੇ ਹਾਂ, ਜੋ ਓਵਰਆਲ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਚੰਗੇ 7-7 ਬੈਂਡ ਵਾਲੇ ਬੱਚੇ ਰਿਫਿਊਜ਼ ਹੋਏ ਹੈ, 80% ਵਾਲੇ ਬੱਚੇ ਰਿਫਿਊਜ਼ ਹੋਏ ਹੈ। ਕਿ ਉਹਨਾਂ ਦੀ ਅਕੈਡਮਿਕ ਪ੍ਰੋਗਰੈਸ਼ਨ ਨਹੀਂ ਸੀ? ਬਿਲਕੁਲ ਸੀ। ਕਿ ਇਹੋ ਜਿਹਾ ਕੋਈ ਰਿਫਿਊਜ਼ਲ ਨਹੀਂ ਹੋਇਆ ਜਿਹਨੇ ਆਪਣਾ ਸਟੱਡੀ ਪਲਾਨ ਪ੍ਰੈਜ਼ੈਂਟ ਪ੍ਰੋਪਰਲੀ ਨਾ ਕੀਤਾ ਹੋਵੇ? ਬਿਲਕੁਲ ਰਿਫਿਊਜ਼ ਹੋਇਆ। ਸੋ ਦਿਸ ਇਜ਼ ਮੋਰ ਟੂ ਡੂ ਵਿਦ ਕੋਵਿਡ। ਅਗਰ ਕੋਵਿਡ ਦੀ ਸੈਕੰਡ ਵੇਵ ਇੱਦਾਂ ਦੀ ਇੰਡੀਆ ਨੂੰ ਨਾ ਪ੍ਰੋਜੈਕਟ ਕੀਤਾ ਜਾਂਦਾ ਕਿ ਇੰਨਾ ਬੁਰਾ ਹਾਲ ਹੈ, ਤੇ ਸ਼ਾਇਦ ਸਪਟੰਬਰ ਇੱਕ ਬੈਟਰ ਇਨਟੇਕ ਰਹਿੰਦਾ। ਅਗਰ ਕੈਨੇਡਾ ਵਿੱਚ ਵੈਕਸੀਨੇਸ਼ਨ 80-85% ਤੱਕ ਹੋ ਜਾਂਦੀ ਹੈ, ਹਰਡ ਇਮਿਊਨਿਟੀ ਅਚੀਵ ਹੋ ਜਾਂਦੀ ਹੈ, ਇੱਥੇ ਥਰਡ ਵੇਵ ਨਹੀਂ ਆਉਂਦੀ, ਫਲਾਈਟਾਂ ਡਾਇਰੈਕਟ ਖੁੱਲ੍ਹ ਜਾਂਦੀਆਂ, ਤੇ ਸਕਸੈਸ ਰੇਟ ਡੈਫੀਨੇਟਲੀ ਬੈਟਰ ਹੋਏਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਬਟ ਆਪਾਂ ਆਪਣੇ ਵੱਲੋਂ ਪ੍ਰੈਜੈਂਟੇਸ਼ਨ ਇੰਪਰੂਵ ਕਰਨ ਲਈ ਇੱਕ ਚੰਗੇ ਕੋਰਸ ਦੀ ਚੋਣ ਕਰ ਸਕਦੇ ਹਾਂ। ਅਗਰ ਕਮਰਸ ਦੇ ਸਟੂਡੈਂਟ ਹੋ ਤੇ ਪਲੀਜ਼ ਚੂਜ਼ ਅ ਪ੍ਰੋਗਰਾਮ ਦੈਟ ਇਜ਼ ਰਿਲੇਟਡ ਟੂ ਵਾਟ ਯੂ ਸਟੱਡੀਡ। ਫॉर एग्जांपल 12ਵੀਂ ਕਮਰਸ ਵਿੱਚ ਆਪਾਂ ਅਕਾਊਂਟਿੰਗ ਪੜ੍ਹਦੇ ਹਾਂ, ਸਟੈਟਸ ਪੜ੍ਹਦੇ ਹਾਂ, ਇਕਨੋਮਿਕਸ ਪੜ੍ਹਦੇ ਹਾਂ, ਮੈਨੇਜਮੈਂਟ ਪੜ੍ਹਦੇ ਹਾਂ। ਅੱਛਾ, ਫਿਰ 12ਵੀਂ ਵਿੱਚ ਤੁਸੀਂ ਇਹ ਸਬਜੈਕਟ ਹੀ ਕਿਉਂ ਲਏ, ਕੋਰਸ ਹੀ ਕਿਉਂ ਲਏ, ਜੇ ਆਪਾਂ ਇਹਨਾਂ ਤੋਂ ਬਾਅਦ ਉੱਥੇ ਟੂਰਿਜ਼ਮ ਐਂਡ ਟਰੈਵਲ ਕਰਨ ਜਾਣਾ ਸੀ, ਜਾਂ ਇਹਨਾਂ ਤੋਂ ਬਾਅਦ ਆਪਾਂ ਅਰਲੀ ਲਰਨਿੰਗ ਚਾਈਲਡ ਕੇਅਰ ਕਰਨ ਜਾਣਾ ਸੀ? ਪ੍ਰੋਗਰੈਸ਼ਨ ਕਿੱਥੇ ਹੈ? ਫਿਰ ਤੁਸੀਂ 12ਵੀਂ ਵਿੱਚ ਅਕਾਊਂਟਿੰਗ ਕਿਉਂ ਪੜ੍ਹੀ ਜੇ ਤੁਸੀਂ ਟੂਰਿਜ਼ਮ ਹੀ ਕਰਨਾ ਸੀ? ਬਹੁਤੇ ਡਿਸੀਜਨ ਜਿਹੜੇ ਨੇ ਨਾ ਕੋਰਸ ਦੇ, ਉਹ ਕੰਸਲਟੈਂਟ ਦੇ ਹੱਥ, ਏਜੰਟ ਡਰਿਵਨ ਹੈ। ਏਜੰਟ ਕੋਈ ਨਹੀਂ ਦੇਖਦਾ ਕਿ ਜਿਸ ਦਿਨ ਇਹ ਏਜੰਟ ਤੋਂ ਸਟੂਡੈਂਟ ਡਰਿਵਨ ਡਿਸੀਜਨ ਹੋ ਗਏ ਤੇ ਆਪਣੇ ਆਪ ਹੀ ਇੰਪਰੂਵਮੈਂਟ ਆ ਜਾਣੀ ਹੈ। ਆਪਾਂ ਨਾਨ ਮੈਡੀਕਲ 'ਚ ਫਿਜ਼ਿਕਸ ਮੈਥਸ ਕਿਉਂ ਰੱਖੀ ਜੇ ਆਪਾਂ ਉੱਥੇ ਕੋਰਸ ਬਿਜ਼ਨਸ ਦਾ ਕਰਨ ਜਾਣਾ ਸੀ? ਸੋ ਇਹ ਪ੍ਰੋਗਰੈਸ਼ਨ ਜਦੋਂ ਤੱਕ ਆਪਾਂ ਮੈਚ ਨਹੀਂ ਕਰਾਂਗੇ, ਇਹਨੂੰ ਗੱਲਬਾਤ ਨਹੀਂ ਕਰਾਂਗੇ। ਸਾਡੀ ਅੱਜ ਤੱਕ ਸਭ ਤੋਂ ਬੇਸਿਕ ਪ੍ਰੋਬਲਮ ਕੀ ਹੈ? ਇਨੇਟ ਅੰਦਰੋਂ ਜਿਹੜੀ ਚੀਜ਼ ਪ੍ਰੋਬਲਮ ਹੈ ਕਿ ਆਪਾਂ ਇੱਕ ਬੰਦੇ ਨੂੰ ਕੇਸ ਦੇ ਕੇ ਕਹਿੰਦੇ ਆ ਕਿ ਬਈ ਹੁਣ ਤੇਰੀ ਜ਼ਿੰਮੇਵਾਰੀ ਹੈ, ਸਾਨੂੰ ਟੈਨਸ਼ਨ ਨਾ ਦੇ। ਟੈਨਸ਼ਨ ਦਾ ਕੰਮ ਹੈ, ਟੈਨਸ਼ਨ ਲੈਣੀ ਚਾਹੀਦੀ ਹੈ। ਜਦੋਂ ਤੱਕ ਤੁਸੀਂ ਆਪਣੇ ਕੇਸ ਲਈ ਆਪ ਟੈਨਸ਼ਨ ਨਹੀਂ ਲਓਗੇ ਤਾਂ ਦੂਜੇ ਨੇ ਵੀ ਨਹੀਂ ਲੈਣੀ। ਸੋ ਇਸ ਲਈ ਬਹੁਤ ਇੰਪੋਰਟੈਂਟ ਹੈ ਦੈਟ ਇਹਨੂੰ ਕੋਰਸ ਨੂੰ ਸਹੀ ਤਰੀਕੇ ਨਾਲ ਚੂਜ਼ ਕਰੋ। ਕਾਲਜ ਦੇਖੋ ਕਿ ਕਾਲਜ ਦੀ ਮਾਨਤਾ ਹੈ, DLI ਹੈ ਕਾਲਜ ਦਾ। ਉਸ ਤੋਂ ਬਾਅਦ ਵਰਕ ਵੀਜ਼ਾ ਆਪਸ਼ਨਸ ਕੀ ਹੈਗੀਆਂ, ਟ੍ਰਾਂਸਫਰ ਆਪਸ਼ਨਸ ਕੀ ਹੈਗੀਆਂ। ਉਸ ਤੋਂ ਬਾਅਦ ਜਿਹੜੀ ਲੋਕੈਲਿਟੀ ਵਿੱਚ ਤੁਸੀਂ ਜਾ ਰਹੇ ਹੋ, ਜਿਹੜੇ ਪ੍ਰੋਵਿੰਸ ਵਿੱਚ ਤੁਸੀਂ ਜਾ ਰਹੇ ਹੋ, ਉੱਥੇ ਕਿੱਦਾਂ ਦੀਆਂ ਜੌਬਸ ਅਵੇਲੇਬਲ ਹੈ। ਤੁਸੀਂ ਐਲਬਰਟਾ ਵਿੱਚ ਜਾ ਕੇ ਅਗਰ ਬਿਜ਼ਨਸ ਦੇ ਪ੍ਰੋਗਰਾਮ ਜ਼ਿਆਦਾਤਰ ਚੂਜ਼ ਕਰੋਗੇ ਤੇ ਸ਼ਾਇਦ ਉਹ ਜੌਬਸ ਨਾ ਮਿਲਣ ਜੋ ਤੁਹਾਨੂੰ ਟੋਰਾਂਟੋ ਮਿਲ ਸਕਦੀ ਹੈ, ਕਿਉਂਕਿ ਉਹ ਹੱਬ ਹੈ ਬਿਜ਼ਨਸ ਦਾ। ਅਗਰ ਤੁਸੀਂ ਸਸਕੈਚੁਅਨ 'ਚ ਜਾ ਕੇ ਟੈਕਨੋਲੋਜੀ ਦੀ ਜੌਬਸ ਲੈਣਾ ਚਾਹੋਗੇ ਤੇ ਤੁਹਾਨੂੰ ਉਹ ਆਪਸ਼ਨਸ ਨਾ ਮਿਲਣ ਜੋ ਵੈਨਕੂਵਰ ਮਿਲ ਸਕਦੀਆਂ, ਕਿਉਂਕਿ ਟੈਕਨੋਲੋਜੀ ਦਾ ਹੱਬ ਕੀ ਹੈ? ਸਿਲੀਕਨ ਵੈਲੀ ਦੀਆਂ ਸਾਰੀਆਂ ਜੌਬਸ ਜਾਂ ਬੋਸਟਨ ਜਾ ਰਹੀਆਂ ਜਾਂ ਵੈਨਕੂਵਰ ਆ ਰਹੀਆਂ। ਸੋ ਅਗਰ ਟੈਕਨੋਲੋਜੀ ਲੈਣਾ ਹੈ ਤੇ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਇਜ਼ ਦਾ ਹੱਬ। ਬਿਜ਼ਨਸ ਲੈਣਾ ਹੈ ਤੇ ਦੈਟ ਇਜ਼ ਦਾ ਹੱਬ। ਪੈਟਰੋਲੀਅਮ ਜਾਂ ਇੰਜੀਨੀਅਰਿੰਗ ਲੈਣਾ ਹੈ ਤੇ ਐਲਬਰਟਾ ਇਜ਼ ਦਾ ਹੱਬ। ਐਗਰੀਕਲਚਰ ਵਰਗੇ ਕੋਰਸਸ ਲੈਣੇ ਹੈ ਤੇ ਸਸਕੈਚੁਅਨ। ਸੋ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਦੈਟ ਯੂ ਚੂਜ਼ ਯੂਰ ਕੋਰਸ ਕੇਅਰਫੁਲੀ। ਦੇਖੋ, ਮਾਈਗ੍ਰੇਸ਼ਨ ਉਹ ਤੁਹਾਨੂੰ ਤਾਂ ਹੀ ਅਲਾਉ ਕਰ ਰਹੇ ਆ, ਸਟੱਡੀ ਵੀਜ਼ਾ ਤਾਂ ਹੀ ਅਲਾਉ ਕਰ ਰਹੇ ਹੋ ਕਿ ਉਹਨਾਂ ਨੂੰ ਲੋਕ ਚਾਹੀਦੇ ਆ ਜਿਹੜੇ ਉੱਥੇ ਸਕਸੈਸਫੁਲੀ ਪੜ੍ਹਾਈ ਕਰਕੇ ਇਕੋਨਮੀ 'ਚ ਕੰਟਰੀਬਿਊਟ ਕਰਨ, ਪੱਕੇ ਹੋਣ, ਓਵਰਆਲ ਕੰਟਰੀਬਿਊਸ਼ਨ ਹੋਵੇ। ਇਸ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿਹੜਾ ਇਹ ਚੀਜ਼ ਲਿਖੀ ਆਂਦੀ ਹੈ ਨਾ ਕਿ ਯੂ ਵਿਲ ਨਾਟ ਕਮ ਬੈਕ ਟੂ ਇੰਡੀਆ ਆਫਟਰ ਸਟੱਡੀਜ਼, ਇਹ ਤੋਂ ਬੈਫਲ ਨਾ ਹੋਵੋ, ਇਹ ਤੋਂ ਕਨਫਿਊਜ਼ ਨਾ ਹੋਵੋ, ਇਸ ਰਿਫਿਊਜ਼ਲ ਤੋਂ ਡਰੋ ਨਾ। ਕੇਪਸ ਨੋਟ ਵਿੱਚ ਕੁਝ ਹੋਰ ਲਿਖਿਆ ਹੋਊਗਾ, ਮੈਂ ਸ਼ਰਤੀਆਂ ਕਹਿ ਸਕਦਾ, ਕਿਉਂਕਿ ਇਹ ਤਾਂ ਇੱਕ ਪ੍ਰੂਵਨ ਫੈਕਟ ਹੈ ਕਿ ਜੇ ਜਾ ਰਿਹਾ ਬੱਚਾ ਉਹ ਤਾਂ ਨੇ ਵਾਪਸ ਨਹੀਂ ਆਣਾ। ਇਸ ਲਈ ਇਹ ਇੱਕ ਸਟੈਂਡਰਡ ਰਿਫਿਊਜ਼ਲ ਦੇ ਫਾਰਮੈਟ ਹੁੰਦੇ ਆ ਜਿਹੜੇ ਟਿਕ ਮਾਰ ਦਿੱਤੇ ਜਾਂਦੇ ਆ। ਕੇਪ ਨੋਟਸ ਰਾਹੀਂ ਸਹੀ ਪਤਾ ਲੱਗੇਗਾ, ਬਟ ਅਗਰ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਵੀਜ਼ਾ ਇੰਪਰੂਵ ਹੋ ਸਕਦਾ ਹੈ। ਹਰ ਕਿਸੇ ਨੂੰ ਕੇਪਸ ਨੋਟ ਕਢਾਉਣਾ ਚਾਹੀਦਾ ਹੈ? ਇੱਕ ਸਿੱਧੀ ਫਾਈਲ ਦਿਖਦੀ ਹੁੰਦੀ ਹੈ ਕਿ ਕੋਰਸ ਹੀ ਗਲਤ ਦੇਤਾ? ਨਹੀਂ, ਕਢਾਉਣਾ ਚਾਹੀਦਾ, ਕਿਉਂਕਿ ਨਾ ਦੇਖੋ ਹਰ ਇੱਕ ਵੀਜ਼ਾ ਆਫਿਸਰ ਦੀ ਆਪਣੀ ਇੱਕ ਸੋਚ ਹੁੰਦੀ ਹੈ, ਜੋ ਉਹ ਸੋਚ ਉਹ ਬੇਸਿਕਲੀ ਕੇਪਸ ਦੇ ਰਾਹੀਂ ਦੱਸਦਾ ਹੈ, ਔਰ ਉਹਦੇ ਉੱਪਰ ਅਗਰ ਇੰਪਰੂਵਮੈਂਟ ਆਪਾਂ ਕੀਤੀ ਜਾਵੇ ਤਾਂ ਡੈਫੀਨੇਟਲੀ ਸਾਨੂੰ ਰਿਜ਼ਲਟ ਬੈਟਰ ਮਿਲੇ। ਪਵਨੂਰ ਜੀ, ਵਿਸ਼ੇਸ਼ ਤੌਰ ਤੇ ਤੁਹਾਡਾ ਥੈਂਕ ਯੂ, ਕਿਉਂਕਿ 3 ਮੁੱਦੇ ਅੱਜ ਅਸੀਂ ਮਾਰਕੀਟ ਦੇ ਵਿੱਚ ਦੇਖ ਰਹੇ ਸੀ, ਜਿਹੜੀ ਇੱਕ ਤਾਂ ਰਿਫਿਊਜ਼ਲ ਦਾ ਕਾਰਨ ਹੈ, ਦੂਸਰਾ 22 ਦੇ ਵਿੱਚ ਸਕਸੈਸ ਰੇਟ ਵਧਾਉਣ ਵਾਸਤੇ ਸਟੂਡੈਂਟ ਕੀ ਕਰੇ। ਜਿਵੇਂ ਤੁਸੀਂ ਦੱਸਿਆ ਕਿ IRCC ਖੁਦ ਇਸ ਚੀਜ਼ ਨੂੰ ਲੈ ਕੇ ਅਵੇਅਰ ਕਰ ਰਿਹਾ ਕਿ ਤੁਸੀਂ ਪ੍ਰੋਗਰਾਮ ਕਿਸ ਤਰ੍ਹਾਂ ਦੇ ਲੈਣੇ ਹੈਗੇ ਆ, SOP ਕੀ ਹੁੰਦੀ ਹੈ, ਉਹ ਟੈਕਨੀਕਲ ਚੀਜ਼ਾਂ ਜਿਹੜੀਆਂ ਮਨਫੀ ਹੋ ਗਈਆਂ ਸੀ ਪੰਜਾਬ ਦੇ ਵਿੱਚੋਂ। ਤੀਸਰਾ ਬਹੁਤ ਵੱਡਾ ਮੁੱਦਾ ਸੀ ਕਿ ਅਸੀਂ IRCC ਦੀ ਗੱਲ ਤਾਂ ਕਰਦੇ ਹਾਂ ਕੈਨੇਡਾ ਦੇ ਵਿੱਚ, ਬਟ ਸਾਨੂੰ ਜਦੋਂ US ਜਾਣਾ ਹੁੰਦਾ ਸਾਨੂੰ ਲੱਗਦਾ ਕਿ ਸਾਰੇ ਹੀ ਵਧੀਆ ਨੇ, ਕਿ ਉਹਨਾਂ ਦੀ ਬੋਡੀ ਵੀ ਕੀ ਹੈ। ਜਿਹਦਾ ਤੁਸੀਂ ਮੇਰੇ ਕੋਲ ਮੈਂਬਰ ਹੈਗੇ ਹੋ, ਔਰ ਵਿਸ਼ੇਸ਼ ਤੌਰ ਤੇ ਇਹ ਸਟੂਡੈਂਟਸ ਨੂੰ ਇੱਕ ਖਿਆਲ ਰੱਖਣਾ ਚਾਹੀਦਾ ਕਿ ਟ੍ਰੇਨਡ ਸਰਟੀਫਾਈਡ ਕੰਸਲਟੈਂਟਸ ਤੋਂ ਲੱਗੀ ਹੋਈ ਫਾਈਲ, ਉਹਨੂੰ ਆਪਣਾ ਵੀ ਡਰ ਰਹਿੰਦਾ ਕਿ ਮੇਰਾ ਲਾਇਸੈਂਸ ਨਾ ਰੱਦ ਹੋ ਜਾਏ। ਮੈਂਬਰਸ਼ਿਪ ਲਈ ਸਾਡੇ ਇੱਥੇ 4 ਬੰਦਿਆਂ ਦੀ ਬੋਡੀ ਆਈ ਸੀ, ਕੱਲਾ ਕਾਗਜ਼ ਫਰੋਲ ਕੇ ਬੱਚਿਆਂ ਦੀ ਕਾਉਂਸਲਿੰਗ ਦੇ ਨਾਲ ਬੈਠ ਕੇ ਲਗਭਗ 400 ਬੱਚਿਆਂ ਨੂੰ ਫੋਨ ਕੀਤਾ ਗਿਆ ਸੀ ਕਿ ਤੁਹਾਡਾ ਐਕਸਪੀਰੀਅੰਸ ਕੀ ਹੈ। ਉਸ ਤੋਂ ਬਾਅਦ ਮੈਂਬਰਸ਼ਿਪ ਮਿਲੀ ਸੀ। 6 ਮਹੀਨੇ ਦਾ ਪ੍ਰੋਸੈਸ ਸੀ, ਜਿਹਦੇ ਵਿੱਚ ਉਹ ਹਫਤਾ ਸਾਡੇ ਕੋਲ ਇੱਥੇ ਲਾ ਕੇ ਗਏ ਸੀ। ਸੋ ਇਸ ਲੈਵਲ ਤੇ ਗ੍ਰਿਲ ਕੀਤਾ ਜਾਂਦਾ ਹੈ। ਇੱਕ ਚੰਗੀਆਂ ਸੰਸਥਾਵਾਂ ਦੀ ਮੈਂਬਰਸ਼ਿਪ ਲੈਣ ਲਈ
ਟ੍ਰੇਨਿੰਗਸ ਲੈਣ ਲਈ। ਸੋ ਇਹ ਬਹੁਤ ਇੰਪੋਰਟੈਂਟ ਹੈ ਟੂ ਵਰਕ ਵਿਦ ਦੈਟ ਏਜੰਟ ਜਿਹਦੇ ਕੋਲ ਤਜਰਬਾ ਹੈ। ਲਗਭਗ 350 ਯੂਨੀਵਰਸਿਟੀਆਂ ਕਾਲਜਾਂ ਦੇ ਨਾਲ ਡਾਇਰੈਕਟ ਰਿਪਰੈਜ਼ੈਂਟੇਸ਼ਨ ਹੈ, ਸਿੱਧੇ ਤੌਰ ਤੇ ਕੰਮ ਕਰ ਰਹੇ ਆ। ਅੱਛਾ 17 ਸਾਲ ਲੱਗ ਗਏ, ਸੋ ਇੱਕ ਬੱਚੇ ਲਈ ਤਾਂ ਫਾਇਦਾ ਹੀ ਹੈ ਨਾ ਕਿ ਯਾਰ 17 ਸਾਲ ਦਾ ਸਾਡਾ ਤਜਰਬਾ ਤੁਸੀਂ ਸਿਰਫ 17 ਮਿੰਟਾਂ 'ਚ ਲੈ ਸਕਦੇ ਹੋ ਸਾਡੇ ਕੋਲ ਵਿਜ਼ਿਟ ਕਰਕੇ। ਅੱਛਾ ਜੇ ਵਿਜ਼ਿਟ ਵੀ ਨਹੀਂ ਕਰਨਾ ਰਣਬੀਰ ਜੀ, ਪਿਰਾਮਿਡ ਪੋਰਟਲ ਸ਼ੁਰੂ ਕੀਤਾ ਹੈ ਜਿਹਦੇ ਰਾਹੀਂ ਬੱਚਾ ਘਰ ਬੈਠੇ ਆਪਣੇ ਮੋਬਾਈਲ ਤੇ ਕਿਸੇ ਕੰਪਨੀ 'ਚ ਜਾਣ ਦੀ ਲੋੜ ਨਹੀਂ ਹੈ, ਬਿਲਕੁਲ ਫ੍ਰੀ ਆਫ ਕਾਸਟ, ਕੋਈ ਰਜਿਸਟ੍ਰੇਸ਼ਨ ਨਹੀਂ, ਕੋਈ ਪ੍ਰੋਸੈਸਿੰਗ ਨਹੀਂ, ਕੋਈ ਆਫਟਰ ਵੀਜ਼ਾ ਨਹੀਂ। pyramidvisa.com ਤੇ ਜਾਓ, ਜਾ ਕੇ ਆਪਣਾ ਕੋਰਸ ਚੂਜ਼ ਕਰੋ, ਕਾਲਜ ਚੂਜ਼ ਕਰੋ। ਜੇ ਦੋਨੋਂ ਚੀਜ਼ਾਂ ਸਿਲੈਕਟ ਕਰ ਲਈਆਂ ਤੇ ਆਪਣੀ ਪ੍ਰੋਫਾਈਲ ਕ੍ਰੀਏਟ ਕਰੋ। ਪ੍ਰੋਫਾਈਲ ਕ੍ਰੀਏਟ ਵੇਲੇ ਤੁਹਾਨੂੰ 4-5 ਕੁਐਸਚਨ ਪੁੱਛੇ ਜਾਣਗੇ, ਤੁਹਾਡੇ 10ਵੀਂ 'ਚ ਨੰਬਰ ਕਿੰਨੇ ਸੀ, 12ਵੀਂ 'ਚ ਕਿੰਨੇ ਸੀ, ਗ੍ਰੈਜੂਏਸ਼ਨ 'ਚ ਕਿੰਨੇ ਸੀ, ਆਇਲਸ ਕਿੰਨੇ ਹੈ। ਉਹ ਪੋਰਟਲ ਤੁਹਾਨੂੰ, ਪਲੇਟਫਾਰਮ ਤੁਹਾਨੂੰ, ਆਨਲਾਈਨ ਵੈਬਸਾਈਟ ਤੁਹਾਨੂੰ ਮੈਚ ਦੇ ਦੂਗੀ ਕਿ ਇਹ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਇਸ ਯੂਨੀਵਰਸਿਟੀ ਵਿੱਚ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਤੁਸੀਂ ਮੌਕੇ ਤੇ ਅਪਲਾਈ ਕਰੋ, ਆਪਣੇ ਡਾਕੂਮੈਂਟ ਅਪਲੋਡ ਕਰੋ, ਯੂਨੀਵਰਸਿਟੀ ਨੂੰ ਮੌਕੇ ਤੇ ਐਪਲੀਕੇਸ਼ਨ ਪਹੁੰਚ ਗਈ। ਲਗਭਗ 4 ਘੰਟੇ ਦੇ ਅੰਦਰ ਯੂਨੀਵਰਸਿਟੀ ਨੂੰ ਪੋਰਟਲ ਦੇ ਥਰੂ ਐਪਲੀਕੇਸ਼ਨ ਪਹੁੰਚ ਜਾਂਦੀ ਹੈ। ਲਗਭਗ 10 ਮਿੰਟ ਤੋਂ ਥੱਲੇ ਬੱਚਾ ਆਪਣੀ ਐਪਲੀਕੇਸ਼ਨ ਕ੍ਰੀਏਟ ਕਰ ਸਕਦਾ ਹੈ। ਕਿਸੇ ਕੰਸਲਟੈਂਟ ਦੇ ਦਫ਼ਤਰ ਜਾਂਦੇ ਹੋ, ਪਹਿਲੇ ਘੰਟਾ ਵੇਟ ਕਰੋ, ਫਿਰ ਕਾਉਂਸਲਰ ਆਂਦਾ, ਫਿਰ ਮਿਲਦੇ ਹੋ, ਫਿਰ ਅਪਲਾਈ ਕਰਦੇ ਹੋ, ਪੂਰੀ ਦਿਹਾੜੀ ਤੋੜ ਦਿੰਦੇ ਹੋ। ਮੇਰੀ ਗਾਰੰਟੀ ਹੈ, ਪਿਰਾਮਿਡ ਦੀ ਗਾਰੰਟੀ ਹੈ ਕਿ 10 ਮਿੰਟ ਦੇ ਅੰਦਰ pyramidvisa.com ਤੇ ਜਾ ਕੇ ਜਾਂ pyramidservices.com ਤੇ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਕੈਨੇਡਾ ਦੇ ਲਈ ਕਿਸੇ ਵੀ ਯੂਨੀਵਰਸਿਟੀ ਔਰ ਕਾਲਜ ਵਿੱਚ ਅਪਲਾਈ ਕਰ ਸਕਦੇ ਹੋ। ਥੈਂਕ ਯੂ ਭਵਨੂਰ ਜੀ, ਤੁਹਾਡਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਿਸ਼ੇਸ਼ ਤੌਰ ਤੇ ਉਮੀਦ ਕਰਾਂਗੇ ਕਿ ਦਰਸ਼ਕਾਂ ਲਈ ਅੱਜ ਦਾ ਸ਼ੋਅ ਜਿਹੜਾ ਹੈ ਕੈਨੇਡਾ ਔਰ US ਜਾਣ ਵਾਲੇ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਰਿਹਾ ਹੋਊਗਾ। ਫਿਰ ਵੀ ਤੁਹਾਡੇ ਮਨ 'ਚ ਕੋਈ ਡਾਊਟ ਹੈਗਾ, ਤੁਸੀਂ ਪਿਰਾਮਿਡ ਜਾਂ ਭਵਨੂਰ ਜੀ ਦੀ ਟੀਮ ਦੇ ਨਾਲ ਸੰਪਰਕ ਜਿਹੜਾ ਰਾਬਤਾ ਆਪਣਾ ਬਣਾ ਸਕਦੇ ਹੋ। ਆਪਣੇ ਦੋਸਤ ਰਣਬੀਰ ਸਿੰਘ ਨੂੰ ਅੱਗੇ ਦੇ ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੋਵਿਡ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਪਰਿਵਾਰ ਔਰ ਵਿਦਿਆਰਥੀ ਟਰੈਵਲ ਨਹੀਂ ਕਰਨਾ ਚਾਹੁੰਦੇ, ਬਟ ਨਾਟ ਟੂ ਵਰੀ, ਪਿਰਾਮਿਡ ਸਰਵਿਸਿਜ਼ ਹੁਣ ਲੈ ਕੇ ਆਇਆ ਹੈ ਪਿਰਾਮਿਡ ਆਨਲਾਈਨ ਪੋਰਟਲ, ਜਿਹਦੇ ਰਾਹੀਂ ਤੁਸੀਂ ਹਜ਼ਾਰਾਂ ਪ੍ਰੋਗਰਾਮ ਕੈਨੇਡਾ ਦੇ ਸੈਂਕੜੋਂ ਕਾਲਜ ਔਰ ਹਜ਼ਾਰਾਂ ਪ੍ਰੋਗਰਾਮ ਹੁਣ ਆਪਣੇ ਮੋਬਾਈਲ ਦੇ ਥਰੂ ਸਰਚ ਕਰ ਸਕਦੇ ਹੋ। ਆਪਣੀ ਐਲੀਜੀਬਿਲਿਟੀ, ਆਪਣੀ ਪ੍ਰੋਫਾਈਲ ਕ੍ਰੀਏਟ ਕਰਕੇ ਆਪਣੀ 10th 12th ਹਾਈਐਸਟ ਕੁਆਲੀਫਿਕੇਸ਼ਨ IELTS ਸਕੋਰ ਪਾ ਕੇ ਕਿਹੜੇ ਕਾਲਜਸ ਤੁਹਾਨੂੰ ਦਾਖਲਾ ਦੇਣਗੇ, ਕਿਹੜੇ ਕਾਲਜਸ ਵਿੱਚ ਅਪਕਮਿੰਗ ਇਨਟੇਕਸ ਵਿੱਚ ਦਾਖਲੇ ਚੱਲ ਰਹੇ ਹੈ, ਇਹ ਆਪਣੇ ਮੋਬਾਈਲ ਰਾਹੀਂ, ਕੰਪਿਊਟਰ ਰਾਹੀਂ ਤੁਸੀਂ ਚੈੱਕ ਕਰਕੇ ਆਪਣੀ ਪ੍ਰੋਫਾਈਲ ਕ੍ਰੀਏਟ ਕਰਕੇ ਆਪਣਾ ਦਾਖਲਾ ਅਪਲਾਈ ਕਰ ਸਕਦੇ ਹੋ। ਸੋ ਇੱਕ ਕੰਸਲਟੈਂਟ ਦਾ ਆਫਿਸ ਹੁਣ ਸਾਡੀ ਫਿੰਗਰ ਟਿਪਸ ਤੇ ਹੈ, ਕਿਤੇ ਵੀ ਜਾਣ ਦੀ ਲੋੜ ਨਹੀਂ। pyramidvisa.com ਜਾਂ pyramidservices.com ਰਾਹੀਂ ਵੈਬਸਾਈਟ ਤੇ ਜਾ ਕੇ ਪ੍ਰੋਗਰਾਮ ਸਰਚ ਕਰੋ, ਯੂਨੀਵਰਸਿਟੀ ਸਰਚ ਕਰੋ, ਪ੍ਰੋਫਾਈਲ ਕ੍ਰੀਏਟ ਕਰੋ ਔਰ ਅੱਜ ਹੀ ਆਪਣਾ ਦਾਖਲਾ ਅਪਲਾਈ ਕਰੋ। ਔਰ ਨਾਲ ਦੀ ਨਾਲ ਵੀਜ਼ੇ ਦੀ ਸੇਵਾਵਾਂ ਵੀ ਪੋਰਟਲ ਰਾਹੀਂ ਦਿੱਤੀਆਂ ਜਾਣਗੀਆਂ।